हालेलुया, प्रेज द लॉर्ड। सब भैन भाइयों ਨੂੰ जय मसीह की और आशा है कि ਤੁਸੀਂ प्रभु यीशु मसीह ਦੇ ਨਾਮ ਵਿੱਚ ਵੱਧ ਰਹੇ ਹੋਗੇ। ਅੱਜ ਦੀ ਮੈਂ ਇਹ ਵੀਡੀਓ ਇੱਕ ਖਾਸ ਵਿਸ਼ੇ ਤੇ ਬਣਾ ਰਹੀ ਹਾਂ ਕਿ ਸਾਡਾ ਇਸ ਧਰਤੀ ਤੇ ਆਉਣ ਦਾ ਕੀ ਮਕਸਦ ਹੈ ਔਰ ਸਾਡੀਆਂ ਜੋ ਜ਼ਿੰਮੇਵਾਰੀਆਂ ਨੇ ਪਰਮੇਸ਼ਰ ਪ੍ਰਤੀ ਉਹ ਸਾਨੂੰ ਕਿਸ ਤਰ੍ਹਾਂ ਨਿਭਾਉਣੀ ਚਾਹੀਦੀ ਆ ਔਰ ਬਾਈਬਲ ਸਾਨੂੰ ਇਸ ਬਾਰੇ ਕੀ ਕਹਿੰਦੀ ਹੈ। ਠੀਕ ਹੈ ਜੀ, ਚਲੋ ਆਪਾਂ ਸ਼ੁਰੂ ਕਰਦੇ ਹਾਂ। ਵੀ ਪਰਮੇਸ਼ਰ ਨੇ ਸਾਨੂੰ ਇਸ ਧਰਤੀ ਤੇ ਕਿਉਂ ਭੇਜਿਆ? ਕਿ ਧਰਤੀ ਤੇ ਬੰਦੇ ਘੱਟ ਸੀ ਜਾਂ ਪੈਦਾਇਸ਼ ਘੱਟ ਗਈ ਸੀ ਜੋ ਪਰਮੇਸ਼ਰ ਨੇ ਸਾਨੂੰ ਇਸ ਧਰਤੀ ਤੇ ਭੇਜਿਆ, ਜਾਂ ਮਤਲਬ ਕਿ ਅਸੀਂ ਉੱਦਾਂ ਹੀ ਐਵੇਂ ਹੀ ਬਸ ਆ ਗਏ ਆ? ਇੱਦਾਂ ਨਹੀਂ ਹੈਗਾ ਜੀ। ਸਾਡਾ ਇਸ ਧਰਤੀ ਤੇ ਆਉਣ ਦਾ ਬਹੁਤ ਵੱਡਾ ਉਦੇਸ਼ ਹੈ। ਉਦੇਸ਼ ਕੀ ਹੈ ਮੈਂ ਤੁਹਾਨੂੰ ਗਾਂਹ ਦੱਸਦੀ ਹਾਂ। ਤੇ ਇਹ ਕੋਈ ਇਤਫਾਕ ਨਹੀਂ ਹੈਗਾ ਕਿ ਅਸੀਂ ਇਸ ਦੁਨੀਆ ਤੇ ਆਏ। ਪਰਮੇਸ਼ਰ ਦੀ ਸਾਡੇ ਲਈ ਇੱਕ ਯੋਜਨਾ ਹੈ। ਪਰਮੇਸ਼ਰ ਦੇ ਜੋ ਪਲਾਨਸ ਨੇ ਸਾਡੇ ਲਈ, ਜੋ ਯੋਜਨਾਵਾਂ ਨੇ ਸਾਡੇ ਲਈ, ਬਹੁਤ ਵਧੀਆ ਨੇ ਸਾਡੇ ਲਈ, ਕਿਉਂਕਿ ਉਸ ਨੂੰ ਸਾਡਾ ਫਿਕਰ ਹੈ ਤੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਜਿਸ ਤਰ੍ਹਾਂ ਦੇ ਮਾਹੌਲ ਆ ਰਹੇ ਨੇ, ਕਰੋਨਾ ਵਾਇਰਸ ਫੈਲ ਰਿਹਾ ਹੈ, ਟਿੱਡੀਆਂ ਨੇ ਅਟੈਕ ਕੀਤਾ ਹੋਇਆ, ਅਸਮਾਨ ਤੇ ਅਸੀਂ ਚਿੰਨ੍ਹ ਦੇਖ ਸਕਦੇ ਹਾਂ। ਇਹ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਨਿਸ਼ਾਨ ਹੈ, ਕਿਉਂਕਿ ਬਾਈਬਲ ਵਿੱਚ ਇਹਦੇ ਬਾਰੇ ਸਪਸ਼ਟੀਕਰਨ ਚੰਗੀ ਤਰ੍ਹਾਂ ਦਿੱਤਾ ਗਿਆ ਹੈ। ਠੀਕ ਹੈ ਜੀ, ਜਿਹੜੇ ਮੇਰੇ ਭੈਣ ਭਾਈ ਬਾਈਬਲ ਪੜ੍ਹਦੇ ਆ ਉਹਨਾਂ ਨੂੰ ਪਤਾ ਹੋਏਗਾ, ਔਰ ਜਿਹੜੇ ਮੇਰੇ ਭੈਣ ਭਾਈ ਬਾਈਬਲ ਨਹੀਂ ਪੜ੍ਹਦੇ ਜਾਂ ਘੱਟ ਪੜ੍ਹਦੇ ਆ, ਕੋਈ ਨਹੀਂ, ਮੈਂ ਇਸ 'ਤੇ ਵੀ ਇੱਕ ਵੀਡੀਓ ਜ਼ਰੂਰ ਬਣਾਉਂਗੀ। ਅੱਜ ਦਾ ਸਾਡਾ ਪਹਿਲਾ ਟੌਪਿਕ ਹੈ ਕਿ ਪਰਮੇਸ਼ਰ ਦੀ ਸਾਡੇ ਲਈ ਯੋਜਨਾ ਕੀ ਹੈ। ਕੀ ਹੈ ਸਾਡੇ ਲਈ ਯੋਜਨਾ? ਉਹ ਅਸੀਂ ਪੜ੍ਹਦੇ ਹਾਂ ਅਫਸੀਆਂ 1:4 ਉੱਥੇ ਲਿਖਿਆ, ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ, ਭਈ ਅਸੀਂ ਉਹਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਇਸ ਦਾ ਮਤਲਬ ਹੈ ਕਿ ਸਾਨੂੰ ਪਰਮੇਸ਼ਰ ਨੇ ਸ਼ੁਰੂ ਤੋਂ ਹੀ ਚੁਣ ਲਿਆ ਸੀ। ਠੀਕ ਹੈ ਜੀ, ਤੇ ਇਹਦਾ ਮਤਲਬ ਕਿ ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਸਾਨੂੰ ਪਰਮੇਸ਼ਰ ਨੇ ਚੁਣ ਲਿਆ। ਅਸੀਂ ਪੜ੍ਹਦੇ ਹਾਂ ਯੋਹੰਨਾ 15:16 ਵਿੱਚ, ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਲਦਾਰ ਹੋ ਤੇ ਤੁਹਾਡਾ ਫਲ ਕਾਇਮ ਰਹੇ, ਤਾਂ ਜੋ ਤੁਸੀਂ ਮੇਰੇ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਤੁਹਾਨੂੰ ਦਿੱਤਾ ਜਾਵੇ। ਸੋ ਮੇਰੇ ਅਜ਼ੀਜ਼ੋ, ਅਸੀਂ ਨਹੀਂ ਪਰਮੇਸ਼ਰ ਨੂੰ ਚੁਣਿਆ, ਪਰਮੇਸ਼ਰ ਨੇ ਸਾਨੂੰ ਚੁਣਿਆ। ਲੱਖਾਂ ਕਰੋੜਾਂ ਦੀ ਗਿਣਤੀ ਵਿੱਚੋਂ ਸਾਨੂੰ ਇੱਕ ਨੂੰ ਚੁਣਿਆ। ਸਾਡਾ ਪਰਮੇਸ਼ਰ ਬਹੁਤ ਮਹਾਨ ਆ। ਸਾਡੇ ਪਿਤਾ ਪਰਮੇਸ਼ਰ ਸਾਨੂੰ ਬਾਈਬਲ ਦੇ ਜ਼ਰੀਏ ਇਹ ਦੱਸ ਰਹੇ ਨੇ ਕਿ ਮੈਂ ਵਫਾਦਾਰ ਹਾਂ ਤਾਂ ਤੁਸੀਂ ਵੀ ਵਫਾਦਾਰ ਬਣੋ। ਪਰਮੇਸ਼ਰ ਨੇ ਸਾਨੂੰ ਜਨਮ ਤੋਂ ਪਹਿਲਾਂ ਹੀ ਸਾਡੀ ਮਾਂ ਦੀ ਕੁੱਖ ਵਿੱਚੋਂ ਆਉਣ ਤੋਂ ਪਹਿਲਾਂ ਹੀ ਸਾਨੂੰ ਚੁਣ ਲਿਆ ਸੀ। ਸਾਡਾ ਦੂਸਰਾ ਪੁਆਇੰਟ ਹੈ ਕਿ ਪਰਮੇਸ਼ਰ ਦੀ ਕੀ ਮਰਜ਼ੀ ਹੈ। ਪਰਮੇਸ਼ਰ ਦੀ ਕੀ ਮਰਜ਼ੀ ਹੈ? ਆਪਣੇ ਵਿਊਜ਼ ਕਮੈਂਟ 'ਚ ਜ਼ਰੂਰ ਦੇਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪਰਮੇਸ਼ਰ ਦੀ ਕੀ ਮਰਜ਼ੀ ਹੈ। ਠੀਕ ਹੈ ਜੀ, ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਰਮੇਸ਼ਰ ਦੀ ਕੀ ਮਰਜ਼ੀ ਹੈ। ਲਿਖਿਆ ਹੈ ਬਾਈਬਲ 'ਚ ਮਤੀ 28:19 ਵਿੱਚ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ 'ਤੇ ਬਪਤਿਸਮਾ ਦਿਓ। ਸਮਝ ਲੱਗੀ ਸਾਰਿਆਂ ਨੂੰ ਕਿ ਪਰਮੇਸ਼ਰ ਦੀ ਕੀ ਮਰਜ਼ੀ ਹੈ? ਕੀ ਮਰਜ਼ੀ ਹੈ ਪਰਮੇਸ਼ਰ ਦੀ? ਕਿ ਅਸੀਂ ਉਸ ਦੇ ਨਾਮ ਨੂੰ ਜਿੰਨਾ ਹੋ ਸਕੀਏ ਓਨਾ ਫੈਲਾਈਏ। ਔਰ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ 12 ਚੇਲੇ ਬਣਾਏ ਸੀ, ਉਸੇ ਤਰ੍ਹਾਂ ਪਰਮੇਸ਼ਰ ਸਾਨੂੰ ਵੀ ਇੱਦਾਂ ਕਹਿ ਰਹੇ ਨੇ ਕਿ ਤੁਸੀਂ ਵੀ ਜਾਓ ਔਰ ਬਪਤਿਸਮਾ ਦਿਓ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਤੇ, ਉਹਨਾਂ ਨੂੰ ਜਾ ਕੇ ਚੇਲੇ ਬਣਾਓ। ਠੀਕ ਹੈ ਜੀ, ਕਹਿਣ ਦਾ ਮਤਲਬ ਇਹ ਆ ਕਿ ਜਿੰਨਾ ਤੁਸੀਂ ਪ੍ਰਚਾਰ ਕਰ ਸਕਦੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ, ਉਹਨਾਂ ਵੱਧ ਚੜ੍ਹ ਕੇ ਕਰੋ। ਠੀਕ ਹੈ ਜੀ, ਇਹਦਾ ਇਹੀ ਮਤਲਬ ਹੈ। ਪਰਮੇਸ਼ਰ ਦੀ ਆਗਿਆ ਇਹ ਵੀ ਹੈ ਕਿ ਅਸੀਂ ਇੱਕ ਦੂਸਰੇ ਨਾਲ ਪਿਆਰ ਕਰੀਏ ਔਰ ਆਪਣੇ ਪਿਤਾ ਪਰਮੇਸ਼ਰ ਨੂੰ ਆਪਣੇ ਦਿਲ ਜਾਨ ਨਾਲੋਂ ਵੱਧ ਕੇ ਪਿਆਰ ਕਰੀਏ ਔਰ ਆਪਣੇ ਗੁਆਂਢੀ ਨੂੰ ਪਿਆਰ ਕਰੀਏ। ਪਰ ਜਦੋਂ ਅਸੀਂ ਗੁਆਂਢੀ ਦਾ ਨਾਂ ਲੈਂਦੇ ਹਾਂ ਤੇ ਅਸੀਂ ਕੰਪੀਟੀਸ਼ਨ ਟਾਈਪ ਸੋਚਣ ਲੱਗ ਪੈਂਦੇ, ਹਾਂ ਮੇਰੇ ਤੱਕ ਦੇ ਉੱਤੇ ਨਾ ਹੋ ਜਾਵੇ, ਜਾਂ ਉਹਨੇ ਇਹ ਲੈ ਲਿਆ ਮੈਂ ਵੀ ਆ ਲਾਊਂਗਾ। ਠੀਕ ਹੈ ਜੀ, ਪਰ ਇੱਦਾਂ ਨਹੀਂ ਸੋਚਣਾ ਹੈਗਾ, ਕਿਉਂਕਿ ਗੁਆਂਢੀ ਦਾ ਮਤਲਬ ਇਹ ਹੈ ਕਿ ਜੋ ਸਾਡੇ ਦੁੱਖ ਸੁੱਖ ਵਿੱਚ ਖੜਦਾ ਹੈ, ਜੋ ਸਾਨੂੰ ਸਾਡੀ ਲੋੜ ਵੇਲੇ ਸਾਡੀ ਮਦਦ ਕਰਦਾ। ਹੁਣ ਇੱਕ ਸਟੋਰੀ ਹੈ ਬਾਈਬਲ ਵਿੱਚ, ਇਹਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ। ਲੂਕਾ ਦੀ 10:30 ਵਿੱਚ ਉੱਥੇ ਸਾਰਾ ਦੱਸਿਆ ਸਟੋਰੀ। ਤੁਸੀਂ ਇਹਨੂੰ ਸਟੋਰੀ ਨੂੰ ਜ਼ਰੂਰ ਪੜ੍ਹਨਾ, ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਕਿ ਚੰਗੇ ਗੁਆਂਢੀ ਬਾਰੇ ਜਾਣਨਾ, ਤੇ ਇਹਦੇ ਵਿੱਚ ਪੂਰੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਚੰਗੀ ਤਰ੍ਹਾਂ ਸਪਸ਼ਟ ਕਰਕੇ ਦੱਸਿਆ। ਠੀਕ ਹੈ ਜੀ, ਅਸੀਂ ਵੱਧਦੇ ਆਪਣੇ ਅਗਲੇ ਟੌਪਿਕ 'ਤੇ ਕਿ ਪਰਮੇਸ਼ਰ ਲਈ ਅਸੀਂ ਕਿੰਨੇ ਕੁ ਮਾਇਨੇ ਰੱਖਦੇ ਹਾਂ। ਅਸੀਂ ਪਰਮੇਸ਼ਰ ਲਈ ਕਿੰਨੇ ਕੁ ਮਾਇਨੇ ਰੱਖਦੇ ਹਾਂ? ਅਸੀਂ ਪੜ੍ਹਦੇ ਹਾਂ ਯੋਹੰਨਾ 3:16,
ਇੱਥੇ ਲਿਖਿਆ ਜੀ, ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਵਕ ਜੀਵਨ ਪਾਵੇ। ਅੱਜ ਕੱਲ੍ਹ ਦੇ ਜ਼ਮਾਨੇ 'ਚ ਜੇ ਕਿਸੇ ਕੋਲ ਰੁਪਈਆ ਮੰਗ ਲਓ ਉਹ ਨਹੀਂ ਦਿੰਦਾ, ਤੇ ਕੋਈ ਆਪਣਾ ਪੁੱਤਰ ਬਲੀਦਾਨ ਹੋਣ ਨੂੰ ਕੌਣ ਦਿੰਦਾ। ਇਹ ਸਿਰਫ ਇੱਕ ਅਬਰਾਹਮ ਹੀ ਸੀ ਜਿਹੜਾ ਮਤਲਬ ਕਿ ਆਪਣੇ ਪੁੱਤਰ ਆਪਣੇ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਨ ਨੂੰ ਨਿਕਲਿਆ ਸੀ। ਉਹ ਇੱਕ ਨਬੀ ਸੀ, ਠੀਕ ਹੈ ਜੀ। ਉਹਦੇ ਵਿੱਚ ਪਰਮੇਸ਼ਰ ਦਾ ਆਤਮਾ ਕੰਮ ਕਰਦਾ ਸੀ ਔਰ ਉਹ ਪਰਮੇਸ਼ਰ ਦੀ ਆਗਿਆ ਵਿੱਚ ਰਹਿੰਦਾ ਸੀ। ਪਰ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਰ ਨੇ ਸਾਡੇ ਨਾਲ ਕਿੰਨਾ ਪਿਆਰ ਕੀਤਾ। ਨਹੀਂ ਤਾਂ ਬਣਾ ਕੇ ਸਾਨੂੰ ਭੁੱਲ ਵੀ ਸਕਦਾ ਸੀ ਜਾਂ ਨਸ਼ਟ ਕਰ ਸਕਦਾ ਸੀ, ਪਰ ਨਹੀਂ, ਉਹ ਸਾਨੂੰ ਆਪਣੇ ਪੁੱਤਰ ਧੀਆਂ ਸਮਝਦਾ ਹੈ, ਪੁੱਤਰ ਧੀਆਂ ਸਮਝਦੇ ਨੇ ਔਰ ਸਾਨੂੰ ਪੁੱਤਰ ਧੀਆਂ ਹੋਣ ਦਾ ਹੱਕ ਵੀ ਦਿੰਦੇ। ਪਰ ਮੇਰੇ ਅਜ਼ੀਜ਼ੋ, ਸਾਨੂੰ ਉਹ ਹੱਕ ਲੈਣਾ ਨਹੀਂ ਹੁੰਦਾ। ਸਾਡੀ ਦੌੜ ਲੱਗੀ ਆ ਪੈਸੇ ਦੇ ਪਿੱਛੇ, ਬਸ ਪੈਸਾ ਆ ਜਾਵੇ, ਪੈਸਾ ਕਰਦੇ ਰਹਿੰਦੇ ਹਾਂ। ਤੇ ਪਰ ਮੇਰੇ ਅਜ਼ੀਜ਼ੋ, 1 ਰੁਪਇਆ ਵੀ ਅਸੀਂ ਨਾਲ ਨਹੀਂ ਲੈ ਕੇ ਜਾਣਾ, 1 ਰੁਪਇਆ ਵੀ। ਸਿਰਫ ਇੱਕ ਪ੍ਰੇਮ ਜੋ ਆ, ਇੱਕ ਇਹ ਨਾਲ ਜਾਣਾ, ਇੱਕ ਦੂਸਰਾ ਪਵਿੱਤਰ ਵਚਨ ਜਿੰਨਾ ਅਸੀਂ ਸੁਣਿਆ, ਜਿਨ੍ਹਾਂ ਨੇ ਆਪਣੇ ਦਿਲ 'ਚ ਇਹਨੂੰ ਸਟੋਰ ਕਰਕੇ ਰੱਖਿਆ, ਜਮ੍ਹਾਂ ਕਰਕੇ ਰੱਖਿਆ ਹੋਇਆ, ਉਹ ਸਾਡੇ ਨਾਲ ਜਾਣਾ ਹੈ, ਠੀਕ ਹੈ ਜੀ। ਬਾਈਬਲ ਸਾਨੂੰ ਦੱਸਦੀ ਆ ਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ, ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਮੇਰੇ ਅਜ਼ੀਜ਼ੋ? ਕੁਛ ਵੀ ਨਹੀਂ। ਸਭ ਕੁਝ ਪਰਮੇਸ਼ਰ ਦਿੱਤਾ ਹੋਇਆ ਹੈ। ਇਹ ਜਾਨ ਵੀ ਸਾਡੀ ਨਹੀਂ ਹੈ, ਇਹ ਸਵਾਸ ਵੀ ਸਾਡੇ ਨਹੀਂ ਹੈ, ਇਹ ਜੋ ਸਾਹ ਪਰਮੇਸ਼ਰ ਨੇ ਸਾਡੇ ਨਾਸਾਂ 'ਚ ਫੂਕੇ ਆ, ਇਹ ਵੀ ਉਹਨਾਂ ਦੇ ਹੀ ਨੇ। ਅਸੀਂ ਉਹਨਾਂ ਦੇ ਕਰਜ਼ਦਾਰ ਹਾਂ, ਠੀਕ ਹੈ ਜੀ। ਇਸ ਲਈ ਸਾਡਾ ਫਰਜ਼ ਬਣਦਾ ਕਿ ਉਹਨਾਂ ਦੀਆਂ ਜੋ ਵੀ ਹੁਕਮ ਦਿੱਤੇ ਆ, ਜੋ ਵੀ ਮਤਲਬ ਕਿ ਉਹਨਾਂ ਨੇ ਆਗਿਆ ਦਿੱਤੀ ਹੈ, ਅਸੀਂ ਉਸ ਦਾ ਵਫਾਦਾਰੀ ਨਾਲ ਪਾਲਣਾ ਕਰੀਏ। ਇਹ ਜਾਨ ਸਾਡੀ ਨਹੀਂ ਰਹੀ, ਇਹ ਜਾਨ ਪ੍ਰਭੂ ਯਿਸੂ ਮਸੀਹ ਦੀ ਹੋ ਗਈ ਹੈ, ਕਿਉਂਕਿ ਉਹਨਾਂ ਨੇ ਆਪਣਾ ਬੇਸ਼ਕੀਮਤੀ ਖੂਨ ਬਹਾ ਕੇ ਸਾਨੂੰ ਮੁੱਲ ਲੈ ਲਿਆ ਮੇਰੇ ਅਜ਼ੀਜ਼ੋ। ਅਸੀਂ ਪਰਮੇਸ਼ਰ ਲਈ ਬਹੁਤ ਬਹੁਮੁੱਲੇ ਹਾਂ, ਕੀਮਤੀ ਆ, ਠੀਕ ਹੈ ਜੀ। ਕਦੇ ਵੀ ਇਹ ਨਹੀਂ ਸਮਝਣਾ ਕਿ ਮੇਰੀ ਕੋਈ ਕੀਮਤ ਨਹੀਂ ਹੈ। ਸਾਡੀ ਕੀਮਤ ਬਹੁਤ ਜ਼ਿਆਦਾ ਹੈ ਪਰਮੇਸ਼ਰ ਦੀ ਨਜ਼ਰ 'ਚ। ਅਸੀਂ ਅਣਮੁੱਲੇ ਹਾਂ, ਠੀਕ ਹੈ ਜੀ। ਤੇ ਅਸੀਂ ਜੇ ਅਣਮੁੱਲੇ ਤੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਣੀ ਆ ਕਿ ਉਹਨੇ ਸਾਨੂੰ ਅਣਮੁੱਲੇ ਬਣਾਇਆ ਹੈ, ਠੀਕ ਹੈ। ਅਗਲਾ ਜੋ ਟੌਪਿਕ ਹੈ ਉਹ ਮੇਰੇ ਉਹਨਾਂ ਭੈਣ ਜੋ ਸੇਵਾ ਕਰਨੀ ਚਾਹੁੰਦੇ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਕਰਨਾ ਚਾਹੁੰਦੇ, ਠੀਕ ਹੈ ਜੀ। ਪਰ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਜੋ ਡਿਸੀਜ਼ਨ ਇਹ ਸਾਡਾ ਆਪਣਾ ਹੋਣਾ ਚਾਹੀਦਾ ਆ। ਪਰਮੇਸ਼ਰ ਦੀ ਬੁਲਾਹਟ ਤਾਂ ਠੀਕ ਹੈਗੀ ਆ ਜੀ, ਪਰਮੇਸ਼ਰ ਸਾਨੂੰ ਬੁਲਾਉਂਦਾ ਆ, ਆਪਣੀਆਂ ਬਾਹਾਂ ਫੈਲਾ ਕੇ ਸਾਨੂੰ ਬੁਲਾ ਰਿਹਾ ਆ, ਪਰ ਇਹ ਸਾਡਾ ਆਪਣਾ ਡਿਸੀਜ਼ਨ ਹੋਣਾ ਚਾਹੀਦਾ ਸੇਵਕਾਈ ਦਾ। ਕਿਉਂਕਿ ਜੇ ਅਸੀਂ ਕਹੀਏ ਫਲਾਣੇ ਨੂੰ ਕਹਿ ਦਈਏ ਵੀ ਮੈਂ ਕਿੱਦਾਂ ਕਰਾਂ, ਮੈਂ ਸੇਵਕਾਈ ਕਰ ਲਵਾਂ, ਅਗਲਾ ਕੁਛ ਹੋਰ ਕਹਿ ਦੇਗਾ, ਫਿਰ ਅਸੀਂ ਕਿਸੇ ਹੋਰ ਨੂੰ ਪੁੱਛਾਂਗੇ, ਉਹ ਵੀ ਇਹ ਕਹੇਗਾ, ਕਹਿਣਾ ਵੀ ਪਤਾ ਨਹੀਂ ਮੈਨੂੰ, ਜਾਂ ਕੁਛ ਵੀ ਕਹਿ ਦੇਵੇ ਇੱਦਾਂ ਨਹੀਂ। ਸਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਮੇਰੇ ਅਜ਼ੀਜ਼ੋ, ਕਿਉਂਕਿ ਦੇਖੋ, ਜੇ ਇਹ ਸਾਨੂੰ ਕੰਮ ਪਰਮੇਸ਼ਰ ਨੇ ਦਿੱਤਾ ਸੇਵਕਾਈ ਕਰਨ ਦਾ, ਤਾਂ ਸਾਡਾ ਫਰਜ਼ ਬਣਦਾ ਆ ਕਿ ਅਸੀਂ ਪਹਿਲ ਉਹਨੂੰ ਦਈਏ, ਪਰਮੇਸ਼ਰ ਨੂੰ। ਅਗਰ ਅਸੀਂ ਪਹਿਲ ਪਰਮੇਸ਼ਰ ਨੂੰ ਦਿੰਦੇ ਹਾਂ ਤਾਂ ਮੇਰੇ ਅਜ਼ੀਜ਼ੋ, ਪਰਮੇਸ਼ਰ ਵੀ ਸਾਨੂੰ ਪਹਿਲ ਦਿੰਦਾ, ਕਿਉਂਕਿ ਪਰਮੇਸ਼ਰ ਇਹ ਨਹੀਂ ਕਹਿੰਦਾ ਕਿ ਬਚਿਆ ਕੁਚਿਆ, ਜਿੱਦਾਂ ਹੁਣ ਅਸੀਂ ਕਹਿੰਦੇ ਦਸਵੰਧ ਦੀ ਗੱਲ ਜੇ ਆਪਾਂ ਕਰਦੇ ਹਾਂ, ਜਦੋਂ ਅਸੀਂ ਕਮਾਉਂਦੇ ਹਾਂ, ਜੇ ਇੱਕ ਮਹੀਨੇ ਦੀ ਸੈਲਰੀ ਹੁੰਦੀ ਆ, ਉਹਦੇ ਵਿੱਚੋਂ ਇਹ ਨਹੀਂ ਕਿ ਪਹਿਲਾਂ ਖਰਚ ਲਓ, ਜੋ ਬਚਿਆ ਉਹ ਪਰਮੇਸ਼ਰ ਨੂੰ ਦੇ ਦਿਓ। ਉਹ ਪਰਮੇਸ਼ਰ ਕਦੀ ਗ੍ਰਹਿਣ ਨਹੀਂ ਕਰਦਾ, ਕਦੀ ਵੀ। ਜਿਹੜੀ ਜਦੋਂ ਤਨਖਾਹ ਮਿਲੀ ਸਾਨੂੰ, ਉਹਦੇ ਵਿੱਚੋਂ ਪਹਿਲਾ ਫਲ ਵਾ ਉਹ ਆਪਾਂ ਦਿੰਦੇ ਹਾਂ, ਪਰਮੇਸ਼ਰ ਖੁਸ਼ ਹੁੰਦਾ ਸਾਡੇ ਤੋਂ। ਇਸੇ ਤਰ੍ਹਾਂ ਪਰਮੇਸ਼ਰ ਪਹਿਲੇ ਫਲ ਨੂੰ ਹੀ ਮੰਗਦਾ, ਠੀਕ ਹੈ ਜੀ ਮੇਰੇ ਅਜ਼ੀਜ਼ੋ। ਤੇ ਸਾਡਾ ਫਰਜ਼ ਬਣਦਾ, ਅਗਰ ਇਸ ਲਾਈਨ 'ਚ ਹੈਗੇ ਹਾਂ ਅਸੀਂ, ਮਤਲਬ ਕਿ ਅਸੀਂ ਅਗਰ ਸੇਵਕਾਈ ਕਰਦੇ ਹਾਂ ਤੇ ਸਾਨੂੰ ਸਿੱਧੀ ਨੀਤ ਨਾਲ ਪਰਮੇਸ਼ਰ ਦਾ ਪ੍ਰਚਾਰ ਕਰਨਾ ਚਾਹੀਦਾ, ਬਿਨਾਂ ਢਿੱਲ ਕੀਤੇ ਹੋਏ। ਸਾਨੂੰ ਹੋਰਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਦੱਸਣਾ ਚਾਹੀਦਾ, ਕਿਉਂਕਿ ਮੇਰੇ ਅਜ਼ੀਜ਼ੋ ਅੰਤ ਬਹੁਤ ਨਜ਼ਦੀਕ ਹੈ। ਕਿਉਂਕਿ ਤੁਸੀਂ ਦੇਖ ਸਕਦੇ ਹੋ ਕਰੋਨਾ ਵਾਇਰਸ ਫੈਲ ਰਿਹਾ, ਮਰੀਆਂ ਬਾਰੇ ਵੀ ਲਿਖਿਆ ਆ, ਟਿੱਡੀਆਂ ਦਾ ਅਟੈਕ ਹੋ ਰਿਹਾ, ਇਹਦੇ ਬਾਰੇ ਵੀ ਬਾਈਬਲ 'ਚ ਚੰਗੀ ਤਰ੍ਹਾਂ ਦੱਸਿਆ ਗਿਆ ਮੇਰੇ ਅਜ਼ੀਜ਼ੋ, ਠੀਕ ਹੈ ਜੀ। ਬਾਕੀ ਤੁਹਾਨੂੰ ਪਤਾ ਆ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕੀ ਕਿਹਾ ਸੀ ਜਦੋਂ ਉਹਨਾਂ ਨੇ ਆਉਣਾ, ਜਦੋਂ ਉਹਨਾਂ ਦਾ ਆਉਣ ਦਾ ਆਗਮਨ ਹੋਣਾ, ਕਿ ਝੂਠੇ ਨਬੀ ਉੱਠ ਖੜੇ ਹੋਣੇ ਆ, ਬਹੁਤ ਸਾਰੇ ਨਿਸ਼ਾਨ ਦੇਖਾਂਗੇ ਅਸੀਂ ਅਸਮਾਨ ਵਿੱਚ, ਔਰ ਹੋਰ ਵੀ ਬਹੁਤ ਤਰ੍ਹਾਂ ਦੇ ਨਿਸ਼ਾਨ ਦੱਸੇ ਗਏ ਨੇ ਜੋ ਤੁਸੀਂ ਬਾਈਬਲ 'ਚ ਪੜ੍ਹ ਸਕਦੇ ਆ। ਅਗਰ ਤੁਸੀਂ ਕਹੋ ਤਾਂ ਮੈਂ ਇੱਕ ਹੋਰ ਵੀਡੀਓ ਬਣਾ ਦਾਂਗੀ ਉਸ ਦੇ ਬਾਰੇ, ਕਿਉਂਕਿ ਮੈਂ ਇਹ ਚਾਹੁੰਦੀ ਹਾਂ, ਕਿਉਂਕਿ ਬਾਈਬਲ ਸਾਨੂੰ ਇਹ ਦੱਸਦੀ ਕਿ ਸੱਚਾਈ ਨੂੰ ਜਾਣੋ, ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਮੈਂ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮੈਂ ਬਚਾਈ ਗਈ ਹਾਂ,
ਮੈਂ ਚਾਹੁੰਦੀ ਕਿ ਤੁਸੀਂ ਵੀ ਬਚਾਈ ਜਾਓ ਮੇਰੇ ਅਜ਼ੀਜ਼ੋ, ਕਿਉਂਕਿ ਪਰਮੇਸ਼ਰ ਤੁਹਾਨੂੰ ਬਹੁਤ ਬਹੁਤ ਪਿਆਰ ਕਰਦਾ, ਬਹੁਤ ਪਿਆਰ। ਇਹ ਸਾਡਾ ਪਰਮੇਸ਼ਰ, ਇਹ ਸਾਡਾ ਤਾਂ ਪਰਮੇਸ਼ਰ ਹੈਗਾ, ਤੁਹਾਡਾ ਵੀ ਓਨਾ ਹੀ ਪਰਮੇਸ਼ਰ ਆ, ਕਿਉਂਕਿ ਬਾਪ ਤਾਂ ਇੱਕ ਹੀ ਆ, ਸਭਨਾਂ ਦਾ ਬਾਪ ਇੱਕੋ ਹੀ ਹੈ, ਇੱਕ ਹੀ ਪਰਮੇਸ਼ਰ ਹੈ। ਸਾਡਾ ਅਗਲਾ ਟੌਪਿਕ ਹੈ ਕਿ ਯਿਸੂ ਮਸੀਹ ਦੇ ਪਿੱਛੇ ਚੱਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਕੀ ਕਰਨਾ ਪੈਣਾ। ਅਸੀਂ ਪੜ੍ਹਦੇ ਹਾਂ ਮਤੀ 16:24 ਵਿੱਚ, ਉੱਥੇ ਲਿਖਿਆ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਸਲੀਬ ਦਾ ਮਤਲਬ ਹੈ ਦੁੱਖ, ਜੋ ਦੁਨਿਆਵੀ ਦੁੱਖ ਹੈ ਇਹ ਸਾਨੂੰ ਝੱਲਣੇ ਪੈਣੇ ਆ, ਕਿਉਂਕਿ ਬਾਈਬਲ 'ਚ ਇਹਦੇ ਬਾਰੇ ਸਪਸ਼ਟੀਕਰਨ ਪੂਰੀ ਤਰ੍ਹਾਂ ਦਿੱਤਾ ਗਿਆ ਕਿ ਅੰਤ ਦੇ ਸਮੇਂ ਵਿੱਚ ਸਾਨੂੰ ਮਜਲੀਸਾਂ ਦੇ ਹਵਾਲੇ ਕੀਤਾ ਜਾਣਾ, ਉਹ ਸਾਨੂੰ ਮਾਰ ਸੁੱਟਣਗੇ, ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਇਹਦਾ ਮਤਲਬ ਅਸਲੀ ਇਹ ਮਤਲਬ ਹੈ ਕਿ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ, ਯਿਸੂ ਮਸੀਹ ਪਿੱਛੇ ਚੱਲਣਾ, ਮਤਲਬ ਆਪਣੇ ਆਪ ਦਾ ਇਨਕਾਰ ਕਰਨਾ। ਆਪਣੇ ਆਪ ਦਾ ਇਨਕਾਰ ਮਤਲਬ ਕਿ ਆਪਣੇ ਬਾਰੇ ਨਹੀਂ ਸੋਚਣਾ, ਆਪ ਨੂੰ ਪਿੱਛੇ ਕਰਨਾ, ਪ੍ਰਭੂ ਯਿਸੂ ਮਸੀਹ ਨੂੰ, ਪਿਤਾ ਪਰਮੇਸ਼ਰ ਨੂੰ ਪਹਿਲ ਦੇਣੀ। ਕਿਉਂਕਿ ਮੇਰੇ ਅਜ਼ੀਜ਼ੋ, ਬਾਈਬਲ ਸਾਨੂੰ ਦੱਸਦੀ ਹੈ ਕਿ ਤੁਹਾਡੇ ਲੱਕ ਬੰਨੇ ਅਰ ਦੀਵੇ ਬਲਦੇ ਰਹਿਣ। ਇਹਦਾ ਮਤਲਬ ਹੈ ਕਿ ਸਾਨੂੰ ਹਰੇਕ ਹਾਲ ਵਿੱਚ, ਹਰ ਹਾਲ 'ਚ ਸਾਨੂੰ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਨਾ, ਕਿਉਂਕਿ ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਸਾਡੀ ਜੰਗ ਲਹੂ ਔਰ ਮਾਸ ਨਾਲ ਨਹੀਂ ਹੈ, ਸਾਡੀ ਸਿੱਧੀ ਤੌਰ 'ਤੇ ਜੰਗ ਸ਼ੈਤਾਨ ਨਾਲ, ਅਤੇ ਉਹ ਬੁੱਕ ਦੇ ਸ਼ੀ ਵਾਂਗੂ ਇੱਧਰ ਉੱਧਰ ਫਿਰਦਾ ਪਿਆ ਕਿ ਮੈਂ ਕਿਹਨੂੰ ਪਾੜ ਖਾਵਾਂ। ਪਾੜ ਖਾਣ ਨੂੰ ਕਿਹਨੂੰ ਕਹਿ ਰਿਹਾ ਹੋ? ਜਿਹੜੇ ਪ੍ਰਭੂ ਯਿਸੂ ਮਸੀਹ ਦੇ ਰਾਹਾਂ 'ਤੇ ਚੱਲਦੇ, ਉਹਦੀ ਹੁਕਮਾਂ ਦੇ ਵਿਧੀਆਂ ਦੇ ਅਨੁਸਾਰ ਚੱਲਦੇ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ, ਉਹਨਾਂ ਦੇ ਪਿੱਛੇ ਪਿਆ ਹੋ। ਜਿਹੜੇ ਬਾਕੀ ਹੋਰ ਆ, ਜਿਹੜੇ ਯਿਸੂ ਮਸੀਹ ਨੂੰ ਨਹੀਂ ਮੰਨਦੇ ਆ, ਜਾਂ ਉਹਨੂੰ ਜਾਣਦੇ ਨਹੀਂ, ਜਾਂ ਉਹਨੂੰ ਮੰਨ ਕੇ ਛੱਡ ਦਿੰਦੇ ਆ, ਕੁਛ ਵੀ, ਉਹਨਾਂ ਦੇ ਪਿੱਛੇ ਨਹੀਂ, ਕਿਉਂਕਿ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਟਰੈਕ 'ਤੇ ਚੜੇ ਹੋਏ, ਉਹਦਾ ਕੰਮ ਉਹਨਾਂ ਨੂੰ ਲਾਉਣਾ। ਅਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਕਦੀ ਛੱਡਣਾ ਨਹੀਂ, ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ, ਜੋ ਕਿ ਅੱਜ ਦੇ ਜ਼ਮਾਨੇ 'ਚ ਕੋਈ ਨਹੀਂ ਕਰਦਾ, ਕੋਈ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਆਪਣੀ ਖੁਦਾਈ ਛੱਡ ਕੇ ਇਨਸਾਨ ਦਾ ਰੂਪ ਧਾਰ ਕੇ ਇਸ ਦੁਨੀਆ 'ਤੇ ਆਏ ਔਰ ਸਾਡੇ ਨਾਲ ਪਰਮੇਸ਼ਰ ਦਾ ਮੇਲ ਕਰਵਾਇਆ, ਜੋ ਕਿ ਸਾਡੇ ਲਈ ਬਹੁਤ ਵੱਡੀ ਗੱਲ ਹੈ। ਕਿਉਂਕਿ ਮੌਤ ਤਾਂ ਸਾਡੀ ਜ਼ਿੰਦਗੀ 'ਚ ਆ ਹੀ ਚੁੱਕੀ ਸੀ, ਆਦਮ ਤੋਂ ਮੌਤ ਆਈ ਔਰ ਪ੍ਰਭੂ ਯਿਸੂ ਮਸੀਹ ਤੋਂ ਨਜ਼ਾਤ ਆਈ, ਅਤੇ ਉਸ ਨਜ਼ਾਤ ਨੂੰ ਅਸੀਂ ਕਦੀ ਭੁੱਲਣਾ ਨਹੀਂ ਹੈਗਾ। ਅਤੇ ਬਸ ਸਿੱਧੀ ਨੀਤ ਨਾਲ ਪ੍ਰਭੂ ਯਿਸੂ ਮਸੀਹ ਦੇ ਹੁਕਮਾਂ 'ਤੇ ਚੱਲਦੇ ਰਹੋ ਔਰ ਆਪਣੇ ਪੂਰੇ ਦਿਲ ਨਾਲ, ਜਿਸਮੋ ਜਾਨ ਦੇ ਨਾਲ ਪਰਮੇਸ਼ਰ ਨੂੰ ਪਿਆਰ ਕਰੋ।